ਇਹ ਵੇਖੋ ਇਹ ਇੱਕ ਇਹ ਪਿੰਡ ਦੀ ਗਲੀ ਹੈ ਦੋਸਤੋ। ਅੱਜ ਮੈਂ ਆਇਆ ਹਾਂ ਹੋਮ ਸੈਂਟਰ, ਨਵਾਂ ਇੱਕ ਫੂਡ ਡਿਲੀਵਰੀ ਦਾ ਆਪਣਾ ਬੈਗ ਆਰਡਰ ਕੀਤਾ ਹੈ। ਇਸ ਤਰ੍ਹਾਂ ਦੀ ਇੱਕ ਮੈਂ ਲੈਣੀ ਹੈ ਨਾ ਇੱਕ ਹੋਰ, ਜਿਹਦੇ ਵਿੱਚ ਮੈਂ ਆਪਣੇ ਪੱਖੇ ਲਾ ਲਾਂਗਾ। ਬੇਸਿਕਲੀ ਜਿਹੜਾ ਥਰਮੋਸ ਹੈ ਉਹ ਕੰਪਨੀ ਦਾ ਨਾਂ ਹੈ। ਵਾਹ, ਹੈਲਮਟ ਡਨ ਹੋ ਗਿਆ ਮੇਰਾ। ਹੈਲਮਟ ਵੀ ਲਵਾਂਗਾ, ਇੱਥੇ ਆ ਕੇ ਇਹ ਲਈ ਲਵਾਂਗਾ। ਦੁਨੀਆ ਜਹਾਨ ਦੀ ਜਾਪਾਨ ਦੀ ਜਿਹੜੀ ਲੇਟੈਸਟ ਇਲੈਕਟ੍ਰੋਨਿਕਸ ਹੋਏਗੀ ਨਾ, ਯਾਮਾ ਦਾ ਹੈਵੀ ਟਰੱਕ ਨੇ ਨਾ, ਉੱਤੇ ਤੱਕ ਜਾਂਦੇ ਨੇ। ਓ ਮਾਈ ਗॉड, ਉਹ ਇਹ ਤਾਂ ਲੱਗਦਾ ਹੈ ਬਣੀ ਇਹਦੇ ਵਾਸਤੇ ਟੋਕਰੀ। ਬਾਕੀ ਅਗਲੇ ਵਲੌਗ ਦੇ ਵਿੱਚ ਇਨਸ਼ਾਅੱਲਾ ਇਹਨੂੰ ਬਾਈਕ ਦੇ ਉੱਤੇ ਸੈੱਟ ਕਰਾਂਗੇ ਤੇ ਕੰਮ ਕਰਾਂਗੇ, ਫਿਰ ਨਿਕਲਾਂਗੇ। ਵਾਹ ਜੀ ਵਾਹ, ਕਿਆ ਖੂਬਸੂਰਤ ਇੱਕ ਛੋਟਾ ਜਿਹਾ ਗਾँव ਹੈ, ਰਸਤੇ ਦੇ ਵਿੱਚ ਆਉਂਦਾ ਹੈ। ਇਹ ਨਦੀ ਗੁਜ਼ਰ ਰਹੀ ਹੈ, ਨਾਲਾ ਕਹਿ ਲਓ, ਨਦੀ ਕਹਿ ਲਓ। ਇੱਥੇ ਘਾਹ ਵਗੈਰਾ ਨੇ ਸਾਫ਼ ਕਰ ਦਿੱਤਾ। ਸਾਲ ਦੇ ਵਿੱਚ ਕਿੰਨੀ ਦਫਾ ਸਾਫ਼ ਕਰਦੇ ਨੇ। ਇਹ ਇੱਕ ਮਕਾਨ ਹੀ ਹੈ ਕਿਸੇ ਦਾ ਨਾ, ਪੁਰਾਣੀ ਤਰਜ਼ ਦਾ, ਲੇਕਿਨ ਬੜਾ ਵੱਡਾ ਮਕਾਨ ਹੈ। ਇਹ ਰਸਤਾ ਬਣਿਆ, ਇੱਥੇ ਅਸੀਂ ਸਾਈਡ 'ਤੇ ਖਲੋ ਜਾਵਾਂਗੇ, ਉਹ ਗੱਡੀ ਲੰਘੇਗੀ। ਮੇਰੇ ਪਿੱਛੇ ਵੀ ਦੋ ਗੱਡੀਆਂ ਨੇ ਤੇ ਫਿਰ ਮੈਂ ਗੁਜ਼ਰਾਂਗਾ। ਯਾਨੀ ਕਿ ਇਸ ਤਰ੍ਹਾਂ ਇਹ ਗਲੀ ਬਣਾ ਦਿੰਦੇ ਨੇ ਕਿ ਦੋ ਗੱਡੀਆਂ ਫਿਰ ਵੀ ਜਿਹੜਾ ਨੇ ਲੰਘ ਜਾਂਦੀਆਂ ਨੇ। ਓਹੋ, ਇੱਕ ਛੋਟੀ ਜਿਹੀ ਗਲੀ ਥੱਲੇ ਉਤਰ ਰਹੀ ਹੈ। ਉਹ ਉਤਰ ਕੇ ਵੇਖੀਏ ਭਲਾ ਕੀ ਹੈ ਉਧਰ। ਇੱਧਰੋਂ ਥੱਲੇ ਉਤਰਨੇ। ਇਹ ਵੇਖੋ ਇਹ ਇੱਕ ਇਹ ਪਿੰਡ ਦੀ ਗਲੀ ਹੈ। ਕੋਈ ਸ਼ਿੰਕਾਨਸਨ ਉਹ ਜਾ ਰਹੀ ਹੈ, ਬੁਲੇਟ ਟ੍ਰੇਨ ਗੁਜ਼ਰੀ ਹਲੇ। ਇੱਕਦਮ ਇੰਨੀ ਖੁੱਲੀ ਗਲੀ ਹੋ ਗਈ, ਕਿਆ ਬਾਤ। ਇਹ ਕੋਈ ਕਿਸਾਨ ਦਾ ਘਰ ਹੈ, ट्रैक्टर वगैरह ये वो सारा समान रखा है। अच्छा एक है गली है पतली जी। वाह, इत्थे मैं पहले कभी नहीं आया। ਹੁਣ ਇਹ ਵੇਖੋ ਕਿ ਜਾਪਾਨ ਦੇ ਵਿੱਚ ਇਹ ਬਿਜਲੀ ਦੇ ਖੰਭੇ ਜਿਹੜੇ ਨੇ ਹੋਰ ਕਿੰਨੇ ਮਕਸਦ ਵਾਸਤੇ ਇਸਤੇਮਾਲ ਹੁੰਦੇ ਨੇ। ਉਹ ਗਲੀ ਦਾ ਨਾਂ ਲਿਖਿਆ ਹੈ, ਗਲੀ ਦਾ ਨੰਬਰ ਲਿਖਿਆ ਹੈ, ਇਲਾਕੇ ਦਾ ਨਾਂ ਲਿਖਿਆ ਹੈ। ਉਸ ਤੋਂ ਬਾਅਦ ਥੱਲੇ ਇਹ ਲਿਖਿਆ ਕਿ ਫਲੱਡ ਵਾਟਰ ਡੈਪਥ ਪ੍ਰੋਜੈਕਟਿਡ। ਇਹਦਾ ਪਤਾ ਨਹੀਂ ਕੀ ਮਤਲਬ ਹੈ। ਬਹਰਹਾਲ ਪਾਣੀ ਤਾਂ ਦੱਸ ਰਹੇ ਨੇ। ਵੇਖਦੇ ਹਾਂ ਇਹ ਗਲੀ ਕਿੱਧਰ ਜਾਂਦੀ ਹੈ। ਇਹ ਸੱਜੇ ਖੱਬੇ ਦੋਵੇਂ ਘਰ ਨੇ। ਵੇਖ ਰਹੇ ਹੋ ਇਹ ਕਿਸੇ ਘਰ ਦੀ ਐਂਟਰੈਂਸ ਹੈ। ਇੱਥੇ ਵੱਡੇ ਵੱਡੇ ਘਰ ਨੇ। ਇਹ ਕੀ ਲੱਗਿਆ ਹੈ? ਇਹ ਲੱਗਿਆ ਫਲ, ਜਾਪਾਨੀ ਫਲ। ਇੱਕ ਗਲੀ ਚੋਂ ਨਿਕਲਿਆ ਦੂਜੀ ਚੋਂ ਆ ਗਿਆ। ਹੁਣ ਇਹ ਵੇਖੋ ਕਿ ਇਹ ਸਾਹਮਣੇ ਨਾ ਸ਼ੀਸ਼ੇ ਲੱਗੇ ਨੇ। ਇੱਧਰ ਵੀ ਦਰਖਤ ਹੈ। ਇੱਧਰੋਂ ਤਾਂ ਨਜ਼ਰ ਆ ਜਾਂਦਾ, ਲੇਕਿਨ ਇੱਧਰੋਂ ਨਜ਼ਰ ਨਹੀਂ ਆ ਸਕਦਾ। ਇਸ ਵਜ੍ਹਾ ਤੋਂ ਮੈਂ ਉਹ ਸ਼ੀਸ਼ੇ ਦੇ ਵਿੱਚ ਵੇਖਾਂਗਾ। ਹੁਣ ਇਸ ਪਾਸੇ ਵਾਲੇ ਸ਼ੀਸ਼ੇ 'ਚੋਂ ਮੈਨੂੰ ਨਜ਼ਰ ਆ ਰਿਹਾ ਕਿ ਕੋਈ ਗੱਡੀ ਨਹੀਂ ਆ ਰਹੀ, ਅਤੇ ਇੱਧਰੋਂ ਮੈਂ ਵੇਖ ਕੇ ਤੇ ਨਾਲ ਹੀ ਆਪਣਾ ਜਾ ਸਕਦਾ। ਲੇਕਿਨ ਮੈਂ ਥੱਲੇ ਮਜ਼ੀਦ ਜਾਣਾ, ਇੱਕ ਦफ़ਾ ਐਕਸਪਲੋਰ ਕਰਨਾ ਕਿ ਥੱਲੇ ਕੀ ਹੈ। ਏਰੀਆ ਵੀ ਜਿਹੜਾ ਮੇਰੇ ਘਰ ਦੇ ਬਿਲਕੁਲ ਕੋਲ ਹੈ। ਕਿੱਧਰ ਨੂੰ ਜਾ ਰਿਹਾ ਭਲਾ ਇਹ ਏਰੀਆ? ਅੱਛਾ, ਇਹ ਵੇਖ ਰਹੇ ਹੋ ਇਹ ਸੜਕਾਂ ਦੇ ਉੱਤੇ ਛੋਟੇ ਛੋਟੇ ਲਾਈਨਾਂ ਨੇ, ਨਿਸ਼ਾਨ ਨੇ। ਇਹਦੀ ਮੇਨ ਵਜ੍ਹਾ ਪਤਾ ਕੀ ਹੈ? ਕਿ ਸੜਕ ਜਿਹੜੀ ਹੈ ਨਾ, ਜਿਹੜੀ ਟ੍ਰੇਨ ਦੀਆਂ ਪਟਰੀਆਂ ਦੇ ਕੋਲ ਜਾਂ ਜਿੱਥੇ ਜ਼ਮੀਨ ਥਰਥਰਾਹਟ ਪੈਦਾ ਹੁੰਦੀ ਹੈ, ਉੱਥੇ ਹੁੰਦੀਆਂ ਨੇ। ਜਿਹੜੇ ਲੋਕਾਂ ਦੇ ਘਰ ਦੇ ਕੋਲ ਨੇ ਨਾ ਫਾਟਕ ਵਗੈਰਾ, ਟ੍ਰੇਨ ਦੀਆਂ ਪਟਰੀਆਂ, ਉੱਥੇ ਲਾਜ਼ਮੀ ਇਹੋ ਜਿਹੀਆਂ ਲਾਈਨਾਂ ਹੋਣਗੀਆਂ। ਮਤਲਬ ਹੈ ਕਿ ਸੜਕ ਟੁੱਟੇ ਨਾ। ਉਹ ਜਿਹੜਾ ਸਾਹਮਣੇ ਬ੍ਰਿਜ ਵੇਖ ਰਹੇ ਹੋ ਨਾ, ਇਹ ਬੁਲੇਟ ਟ੍ਰੇਨ ਦਾ ਬ੍ਰਿਜ ਹੈ ਔਰ ਬਹੁਤ ਹੈਵੀ, ਯਾਨੀ ਕਿ ਜਾਪਾਨ ਦੀ ਜਿਹੜੀ ਹਾਈ ਸਪੀਡ ਟ੍ਰੇਨ ਹੈ, ਉਹਦਾ ਬ੍ਰਿਜ ਗੁਜ਼ਰ ਰਿਹਾ। ਹਾਲੇ ਸ਼ਾਇਦ ਕੋਈ ਥੋੜ੍ਹੀ ਦੇਰ ਇੱਥੇ ਖਲੋਈਏ ਅਤੇ ਟ੍ਰੇਨ ਨਜ਼ਰ ਆ ਜਾਏ। ਇੱਥੋਂ ਬੜਾ ਖੂਬਸੂਰਤ ਨਜ਼ਾਰਾ ਮਿਲਣਾ ਵੇਖਣ ਨੂੰ। ਮੈਂ ਮੋਬਾਈਲ ਦਾ ਕੈਮਰਾ ਔਨ ਕਰਨਾ ਜ਼ਰਾ ਜ਼ੂਮ ਕਰਕੇ, ਅਤੇ ਉਹ ਕਲਿੱਪ ਦੇ ਵਿੱਚ ਜੋੜ ਲਾਂਗਾ। ਫਿਲਹਾਲ ਜਿਹੜਾ ਕਿ ਮੈਂ ਇਹ ਚੀਜ਼ਾਂ ਫਿਰ ਤੁਰ ਕੇ ਸਿੱਖਣਾ ਵਾ ਕਿ ਜਦੋਂ ਤੁਸੀਂ ਕਿਸੇ ਨਵੇਂ ਏਰੀਏ 'ਚ ਜਾਂਦੇ ਹੋ ਨਾ, ਅਤੇ ਤੁਸੀਂ ਜੋ ਵੀ ਕਰ ਰਹੇ ਹੋ ਨਾ, ਮਕਸਦ ਕਰੋ। ਮਤਲਬ ਹੈ ਕਿ ਹੁਣ ਮੈਂ ਇੱਥੇ ਖਲੋਤੇ ਹਾਂ ਨਾ, ਅਤੇ ਇੱਥੇ ਮੈਂ ਟ੍ਰੇਨ ਦਾ ਵੇਟ ਕਰ ਰਿਹਾ ਔਰ ਮੈਂ ਮੋਬਾਈਲ ਕੈਮਰੇ ਹੱਥ 'ਚ ਫੜੇ ਨੇ। ਅਤੇ ਕੋਈ ਵੀ ਬੰਦਾ ਇੱਥੇ ਇਰਦ ਗਿਰਦ ਵਾਲਾ ਮੈਨੂੰ ਵੇਖੇਗਾ ਨਾ, ਉਹ ਮੈਨੂੰ ਅਜੀਬ ਨਹੀਂ ਸਮਝੇਗਾ। ਉਹਨੂੰ ਇਹ ਪਤਾ ਕਿ ਯਾਰ ਇਹ ਕੋਈ ਟਰੈਵਲਰ ਹੈ ਜਾਂ ਵੇਟ ਕਰ ਰਿਹਾ ਟ੍ਰੇਨ ਦਾ ਨਾ, ਮੈਂ ਅਜੀਬ ਨਹੀਂ ਲੱਗਾਂਗਾ। ਲੇਕਿਨ ਇਹਦੇ ਬਰਕਸ ਅਗਰ ਮੈਂ ਇੱਥੇ ਕਿਧਰੇ ਖੜਾ ਹੋ ਜਾਵਾਂ, ਉਹ ਗੱਡੀਆਂ ਨੂੰ ਵੇਖਾਂ ਜਾਂ ਗੱਡੀਆਂ ਦੀ ਵੀਡੀਓ ਬਣਾਉਣਾ ਸ਼ੁਰੂ ਕਰਦੇ ਹਾਂ, ਜਾਂ ਵੈਸੇ ਹੀ ਰੈਂਡਮਲੀ ਆਪਣੇ ਵਲੋਗਿੰਗ ਸ਼ੁਰੂ ਕਰਦੇ ਹਾਂ, ਅਤੇ ਮੈਨੂੰ ਲੋਕ ਪੁੱਛ ਸਕਦੇ ਨੇ ਕਿ ਕੌਣ ਹੈ ਭਾਈ, ਤੂੰ ਕਿੱਥੋਂ ਆਏ ਹੈ, ਇੱਥੇ ਕੀ ਕਰ ਰਹੇ ਹੈ। ਇਸ ਵਜ੍ਹਾ ਤੋਂ ਜਦੋਂ ਤੁਸੀਂ ਆਪਣੇ ਘਰ ਤੋਂ ਦੂਰ ਹੋਵੋ ਅਤੇ ਜੋ ਵੀ ਐਕਟੀਵਿਟੀ ਕਰੋ, ਉਹਨੂੰ ਜ਼ਰਾ ਸੋਚ ਸਮਝ ਕੇ ਬਾਮਕਸਦ ਤਰੀਕੇ ਦੇ ਨਾਲ ਨਾ, ਤੁਹਾਡਾ ਮਕਸਦ ਸ਼ੋਅ ਹੋਵੇ। ਜਾਪਾਨ ਦੇ ਵਿੱਚ ਕਈ ਲੋਕ ਇੰਨੇ ਸ਼ੁਦਾਈ ਹੁੰਦੇ ਨੇ ਟ੍ਰੇਨਾਂ 'ਤੇ ਕਿ ਉਹ ਘੰਟਾ ਗਰਮੀ ਦੇ ਵਿੱਚ ਨਾ ਬਹਿ ਕੇ ਅਤੇ ਅੱਛੇ ਸ਼ਾਟ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ। ਜੀ ਇਹ ਗੁਜ਼ਰ ਰਹੀ ਹੈ ਟ੍ਰੇਨ। ਦੋਨੋਂ ਟ੍ਰੇਨਾਂ ਇੱਕ ਨਾਲ ਗੁਜ਼ਰੀਆਂ ਨੇ, ਇੱਕ ਸਾਥ। ਦੋ ਟ੍ਰੇਨਾਂ ਗੁਜ਼ਰੀਆਂ ਨੇ, ਦੋਨੋਂ ਇੱਕੋ ਦਫਾ ਹੀ ਗੁਜ਼ਰ ਗਈਆਂ ਨੇ। ਇੰਨੀ ਦੇਰ ਇੰਤਜ਼ਾਰ ਕੀਤਾ, ਕੋਈ ਫਾਇਦਾ ਨਹੀਂ ਹੋਇਆ। ਇਹ ਲੈ
ਇੱਥੇ ਖਲੋ ਕੇ ਬਣਾਉਂਦਾ ਤੇ ਹੋਰ ਜ਼ਿਆਦਾ ਅੱਛਾ ਸੀਨ ਆਉਣਾ ਸੀ। ਇਹ ਇੱਥੇ ਖਲੋ ਕੇ ਨਾ ਇੱਥੋਂ ਜ਼ਿਆਦਾ ਅੱਛਾ ਸੀਨ ਨਜ਼ਰ ਆਉਣਾ। ਚਲੋ ਕੋਈ ਨਹੀਂ। ਹੁਣ ਮੈਂ ਇੱਕ ਹੋਮ ਸੈਂਟਰ 'ਚ ਜਾ ਰਿਹਾ ਜਿੱਥੋਂ ਮੈਂ ਨਾ ਆਪਣੇ ਇਸ ਫੂਡ ਡਿਲੀਵਰੀ ਦੇ ਟੋਕਰੀ ਲੈਣੀ ਹੈ, ਜਿਹੜਾ ਕਿ ਮੈਂ ਬਾਈਕ ਦੇ ਪਿੱਛੇ ਲਾਣੀ ਹੈ। ਓਏ ਹੋਏ 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 कमाल गुजर रही है ट्रेन, वही बुलेट ट्रेन, कमाल। ट्रेन के चक्कर च मैं बाइक फुल स्लो कर ली सी, पिछे वाली गड्डी मेरे उत्ते चढ़ गई, फिर मैं खिंची है ज़रा। पिछले कुछ अरसे के जापान च एक नवा ट्रेंड चलिया जिन्होंने कोल बहुत ज़्यादा पैसा है, कंपनियां वो इस तरह का ना बड़ा वड्डा वेयर हाउस बनादियां ने ते उहदे मुख्तलिफ ना बिल्डिंग्स उहदे मुख्तलिफ फ्लोर्स के उत्ते मुख्तलिफ कंपनियां जिहड़ियां ने वो अपना वेयर हाउस ना रेंट ते ले लैंदियां ने। तो यह बहुत ही खूबसूरत तरीके नाल डिज़ाइन होंदे ने कि उतली मंजिल तक ट्रक जिहड़े ने वड्डे वड्डे जिहड़े हैवी ट्रक ने ना सीधे उत्ते तक जा सकते हैं। वेख रहे हो ना, यह वेखो एक ट्रक जिहड़ा ना हुण हले उतरिया, हले छोटा है, इस तो वड्डा एक ट्रक है। यह जिहड़ी जगह है ना इस तरह ही डिज़ाइन की गई है कि ट्रकों के चढ़न वास्ते जिहड़े फुल हैवी ट्रक ने ना उत्ते तक जाते हैं, यानी कि जिहड़े फ्लोर से भी जाना समान लद के तो इस तरह ही वापस। यह एक इन्होंने मार्केट बनाई है। यह एक इलैक्ट्रॉनिक्स जापान की दुनिया जहान की जापान की जी लेटेस्ट इलैक्ट्रॉनिक्स होएगी ना, यामादा इलैक्ट्रॉनिक्स एक समझ लो स्टोर है, यामादा स्टोर का नाम है। और स्टोर के अंदर दुनिया जहान की इलैक्ट्रॉनिक्स ने, मोबाइलों तो लैके फ्रिज, AC, सोफे, तो मतलब बहुत कुछ अन्ने वाह बहुत ज़्यादा। मैं जिथे जा रहा हाँ वो है वे होम सेंटर। जापान दे विच वड्डे वड्डे होम सेंटर बने होंदे ने जित्थों दुनिया जहान की घरेलू चीज़ां मिलदियां ने ना। इत्थे मैं हुण बाइक लावांगा तो फिर मैं अंदर जाके ते अपनी वो जिहड़ी मैं टोकरी लैन आया वां वो लैना वा। इनू बाइक नूं किधरे कोल लाइए ना, गर्मी बड़ी है। ये इत्थे लग गई बाइक। ओके, इंजन बंद कर दईए। ओके दोस्तों, अज मैं आया वहाँ होम सेंटर। मैं मेरी दूसरी बाइक है, ये उत्ते ना पिछे लानी है टोकरी। तो इस टोकरी लाने की वजह है कि ना नवा एक फूड डिलीवरी का अपना बैग आर्डर किया है। तुहानूं पता है मैं फूड डिलीवरी का काम करना वा, तो एक नवा बैग आर्डर किया है क्योंकि मैं बाइक बदली है ना। जी मेरी सी ना दूसरी बाइक वो वड्डी सी, उहदे च ना जगह ज़्यादा इत्थों खाली हुंदी सी काफ़ी ना। तो यह जिहड़ा बैग है ना हले इहनूं खोलना तो यह खोल के ना तो इत्थे फिट आ जाता सी, लेकिन कि इहदे विच जगह घट है। वो जी वड्डी बाइक है ना वो मैं कुछ दिन लिए ना अपने छोटे भाई नूं दित्ती है, तो मैं ये काम कराँगा। थोड़ा जिहा मैं उस बाइक तो बोर हो गया सा, तो मैं क्या मैं ये काम करना। यह भी मेरी है, पहले मेरा भाई है बाइक चलाता सी। तो मैं ऐसी एक टोकरी लवांगा कि प्लास्टिक की टोकरी ना जी इत्थे रखांगा, और यह जिहड़ा बैग है ना इहनूं टोकरी के अंदर रखांगा, तो ताकि फूड डिलीवरी का बैग इत्थे पिछे आ जाएगा। तो जापान दे विच जिहड़ा ना कि वड्डे वड्डे स्टोर होंदे ने जित्थों दुनिया जान दी ना हर चीज़ मिलती है। तो यह उन्हां स्टोर्स दे विचों एक स्टोर है सुपर वीवा होम्स के नाम तो ना। तो इस स्टोर तो मैं हुण अंदर चल के विखाना तुहानूं की मैं लैना वा। अंदर जाने तो पहले मैं साइज़ वेखना चाहना कि बैग का साइज़ की है, ताकि इस साइज़ के हिसाब नाल टोकरी लीती जाए ना। मोबाइल रखिए इत्थे। अच्छा, इनू हुण पहले बैग नूं खोल लईए। ये फूड डिलीवरी का बैग जिहड़ा ना ये तकरीबन मैं ओ थल्ले की डिग्गा, समान सारा दे थल्ले डिग गया। चुक ली। अच्छा जी, बिस्मिल्लाह। यह कुछ पार्टीशन ने जिहड़ियां इस बैग के अंदर होंदियां ना, ताकि तुसीं इहदे मुख्तलिफ खाने बना सको फूड रखने वास्ते ना। अच्छा जी, हुण इस बाइक नूं बैग नूं खोल लईए। बिस्मिल्लाह रहमान रहीम। तो मैं की करना कि इस बैग नूं इंज खोलिया, यह जी पार्टीशन इनू फिलहाल इंज थले रख देने ना। ओके, तो थले रख दिता। ओके, ठीक हो गया। तो यह इस तरह यदि जिप बंद करने, यदा तुहानूं मैं साइज़ दिखाना ना किस तरह पैक होके आया सी और कितना खूबसूरत बैग पैक होने तो बाद बनेगा। यदा उत्ते वाला लीड इनू इंज किया, और यह दोस्तों मैं ना बैग का साइज़ बन गया। ठीक है, यह मेरा फूड डिलीवरी का बैग है। कितना अच्छा, कितना प्यारा लग रहा है। इनू इत्थे मैं फिट करना है इस पिछे ना इस जगह के उत्ते। तो लेकिन यह हुण फिट तो यह डिग जाएगा ना, यदि कोई बैलेंस नहीं है तेज़ हवा के। तो मैं एक प्लास्टिक की टोकरी लेना चाह रहा कि टोकरी जी इत्थे बन्नागा कैरीयर के उत्ते, तो टोकरी के विच बैग आ जाएगा। तो इनू असी इस तरह ना पा भी सकते इस बैग नूं, इस तरह करके ना इंज करके इनू इंज असी पा भी सकते हैं। ये इंज करके लगेगा,
ਇਹ ਚੈੱਕ ਕਰ ਰਹੇ ਹੋ, ਇਸ ਤਰ੍ਹਾਂ ਇਹ ਲੱਗੇਗਾ। ਇਹਨੂੰ ਅਸੀਂ ਪਾ ਕੇ ਵੀ ਫੂਡ ਡਿਲੀਵਰੀ ਕਰ ਸਕਦੇ ਹਾਂ। ਪਾ ਕੇ ਜਦੋਂ ਇਸ ਤਰ੍ਹਾਂ ਬਾਈਕ ਦੇ ਉੱਤੇ ਬਵਾਂਗੇ, ਇਹ ਜਿਹੜਾ ਬੈਗ ਇਹਦਾ ਮੋਟਰਸਾਈਕਲ ਦੇ ਉੱਤੇ ਪਿੱਛੇ ਵਜ਼ਨ ਆ ਜਾਏਗਾ। ਲੇਕਿਨ ਕਿ ਮੈਨੂੰ ਨਾ ਉਲਝਣ ਹੁੰਦੀ ਹੈ ਬੈਗ ਪਾਉਣ ਲੱਗਿਆ ਨਾ, ਅਤੇ ਇਸ ਵਜ੍ਹਾ ਤੋਂ ਮੈਂ ਟੋਕਰੀ ਦੇ ਵਿੱਚ ਇਹਨੂੰ ਰੱਖਾਂਗਾ। ਜੈਪਨੀਜ਼ ਤਕਰੀਬਨ 4,500 ਹੀ ਹਨ, ਪਾਕਿਸਤਾਨੀ ਲਾ ਲਓ 8,000 ਰੁਪਏ ਦਾ ਫੂਡ ਡਿਲੀਵਰੀ ਦਾ ਬੈਗ ਮੈਂ ਲਿਆ। ਅਤੇ ਚਲੋ ਅੰਦਰ ਚਲੀਏ, ਟੋਕਰੀ ਲੈ ਕੇ ਆਉਂਦੇ ਹਾਂ। ਇਹ ਹੁਣ ਬੀਬੀ ਇਹਨੂੰ ਮੈਂ ਕਿਹਾ ਕਿ ਨਾ ਮੈਂ ਪਿੱਛੇ ਲਾਣਾ ਮੋਟਰਸਾਈਕਲ 'ਤੇ, ਅਤੇ ਮੈਨੂੰ ਨਾ ਪਲਾਸਟਿਕ ਦਾ ਕੋਈ ਚਾਹੀਦਾ ਕਿ ਜਿਹਦੇ 'ਚ ਮੈਂ ਫਿੱਟ ਕਰ ਸਕਾਂ। ਹੁਣ ਇੱਥੇ ਨਾ ਬਹੁਤ ਵੱਡਾ ਸਟੋਰ ਹੈ ਅਤੇ ਨਹੀਂ ਪਤਾ ਲੱਗਦਾ, ਅਤੇ ਜਾਪਾਨੀਆਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਕਿੱਥੇ ਆ ਗਏ ਹਾਂ। ਇਹ ਉਹ ਮੈਨੂੰ ਲੈ ਆਈ ਇੱਥੇ। ਓਕੇ ਤਬਨ ਅਰੀਗਾਤੋ ਗੋਜ਼ਾਈਮਾਸ। ਠੀਕ ਹੈ। ਬੇਸਿਕਲੀ ਇਹ ਲਾਂਡਰੀ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਟੋਕਰੀਆਂ ਨੇ ਨਾ। ਅਸੀਂ ਆਪਣੇ ਕੱਪੜੇ ਜਿਹੜੇ ਧੋਣ ਵਾਲੇ ਨੇ ਉਹ ਇੰਝ ਟੋਕਰੀਆਂ 'ਚ ਰੱਖਣੇ ਆ। ਅਤੇ ਮੈਨੂੰ ਤਾਂ ਇੱਕ ਸਾਈਜ਼ ਚਾਹੀਦਾ ਨਾ ਅੱਛਾ ਜਿਹਾ ਜਿਹਦੇ 'ਚ ਕੰਮ ਹੋ ਜਾਏ ਫਿੱਟ। ਇੱਕ ਮਿੰਟ ਇਹਨੂੰ ਚੈੱਕ ਕਰੀਏ ਹਾਂ ਭਲਾ। ਇਹਦੇ 'ਚ ਬੈਗ ਆਉਂਦਾ, ਇਹਦੇ 'ਚ ਆ ਗਿਆ ਨਾ ਅਤੇ ਮਜ਼ੇ ਹੋ ਜਾਣੇ ਨੇ। ਇਹ ਓਹ ਕਿਆ ਬਾਤ ਹੈ, ਓ ਮਾਈ ਗॉड। ਉਹ ਇਹ ਤਾਂ ਲੱਗਦਾ ਹੈ ਬਣੀ ਇਹਦੇ ਵਾਸਤੇ ਟੋਕਰੀ। ਕਮਾਲ ਨਹੀਂ ਹੋ ਗਿਆ? ਬੈਸਟ ਐਂਡ ਬੈਸਟ ਹੋ ਗਿਆ ਬਾਬਾ ਜੀ, ਕਮਾਲ। ਪੂਰਾ ਬੈਗ ਫਿੱਟ ਆ ਗਿਆ ਬਈ ਚੌਧਰੀ ਸਾਹਿਬ, ਮਜ਼ੇ। ਇਹਦੇ ਵਿੱਚ ਰੱਸੀਆਂ ਵੀ ਪੈ ਜਾਣਗੀਆਂ, ਰੱਸੀਆਂ ਪਾਉਣ ਦੀ ਵੀ ਜਗ੍ਹਾ। ਔਰ ਬੜਾ ਕਿਊਟ ਜਿਹਾ ਬੈਗ ਲੱਗ ਰਿਹਾ। ਕੈਸਾ ਮੈਨੂੰ ਤਾਂ ਪਸੰਦ ਆ ਗਿਆ। ਲਵ ਐਟ ਫਸਟ ਸਾਈਟ ਵਾਲਾ ਹਿਸਾਬ ਹੈ। ਔਰ ਐਨ ਜੀ ਮੋਟਰਸਾਈਕਲ ਦੇ ਪਿੱਛੇ ਲੱਗ ਜਾਏਗਾ। ਦੋਸਤੋ ਕੰਮ ਬਣ ਗਿਆ। ਔਰ ਇਹਦੀ ਕੀਮਤ ਕਿੰਨੀ ਹੈ? ਇਹਦੀ ਕੀਮਤ 767 ਹੀ ਹਨ, ਤਕਰੀਬਨ ਪਾਕਿਸਤਾਨੀ ਕਹਿ ਸਕਦੇ ਹੋ ਕਿ 1,500 ਰੁਪਈਆ ਕਹਿ ਲਓ। 1,500 ਤੋਂ ਘੱਟ ਹੀ 1,200-1,300। ਮਤਲਬ ਇਹ ਹਜੇ ਅਸੀਂ ਫਾਈਨਲ ਨਹੀਂ ਕਰਾਂਗੇ, ਯਾਨੀ ਕਿ ਪਹਿਲੀ ਸੂਰਤ 'ਚ ਤਾਂ ਇਹ ਪਸੰਦ ਤੇ ਆ ਗਿਆ, ਲੇਕਿਨ ਇਹਨੂੰ ਫਾਈਨਲ ਮੈਂ ਨਹੀਂ ਕਰਾਂਗਾ। ਮੇਰੀ ਆਦਤ ਹੈ ਕਿ ਮੈਂ ਨਾ ਹੋਰ ਵੇਖਣਾ ਵਾ ਫਿੱਟ ਹੋ ਕੇ, ਹੋ ਸਕਦਾ ਇਸ ਤੋਂ ਸਸਤਾ ਵੀ ਮਿਲ ਜਾਏ ਔਰ ਇਸ ਤੋਂ ਅੱਛਾ ਡਿਜ਼ਾਈਨ ਵੀ ਕੋਈ ਮਿਲ ਜਾਏ। ਲੈਟਸ ਸੀ। ਤੇ ਨਾ ਕਿ ਇਹ ਬਹੁਤ ਵੱਡਾ ਸਟੋਰ ਹੈ, ਬਹੁਤ ਵੱਡਾ। ਇੱਥੇ ਬੰਦਾ ਸਾਰਾ ਦਿਨ ਗੁਜ਼ਾਰ ਸਕਦਾ ਹੈ। ਮੈਨੂੰ ਬੇਸਿਕਲੀ ਨਾ ਸਾਈਕਲ ਦੀ ਦੁਕਾਨ 'ਤੇ ਲੈ ਕੇ ਜਾ ਰਹੀ ਸੀ। ਉਹ ਸਮਝਦੀ ਸੀ ਕਿ ਇਹਨੂੰ ਸਾਈਕਲ ਦੇ ਪਿੱਛੇ ਲਾਉਣ ਵਾਲੀ ਨਾ ਬਾਸਕਿਟ ਚਾਹੀਦੀ ਹੈ। ਅਤੇ ਮੈਂ ਉਹਨੂੰ ਇੱਕ ਗੱਲ ਕਹੀ, ਮੈਂ ਕਿਹਾ ਅਗਰ ਤੁਸੀਂ ਮੈਨੂੰ ਇੱਕ ਜਿਹੜੀ ਸਾਈਕਲ ਵਾਸਤੇ ਬਣੀ ਹੈ ਉਹ ਦਿਓਗੇ ਨਾ, ਅਤੇ ਉਹ ਲਾਜ਼ਮੀ ਗੱਲ ਹੈ ਉਹ 3-4 ਗੁਣਾ ਜ਼ਿਆਦਾ ਮਹਿੰਗੀ ਹੋਏਗੀ, ਕਿਉਂਕਿ ਉਹਦੇ ਨਾਲ ਕੁੰਡੇ ਸ਼ੁੰਡੇ ਇਹ ਲੱਗੇ ਹੋਣਗੇ। ਪਰ ਮੈਨੂੰ ਨਹੀਂ ਉਹ ਚਾਹੀਦਾ, ਉਹ ਮੈਂ ਜੁਗਾੜ ਲਾ ਲਾਂਗਾ। ਮੈਨੂੰ ਇੱਕ ਪਲਾਸਟਿਕ ਦਾ ਇੰਜ ਦਾ ਇੱਕ ਬਾਕਸ ਜਿਹਾ ਚਾਹੀਦਾ ਜਿਹਦੇ ਵਿੱਚ ਮੈਂ ਇਹਨੂੰ ਆਪਣੇ ਬੈਗ ਨੂੰ ਫਿੱਟ ਕਰ ਲਵਾਂ। ਇੱਕ ਟੋਕਰੀ ਹੈ ਦੂਸਰੀ ਪਸੰਦ ਆਈ ਹੈ, ਲੇਕਿਨ ਇਹਦਾ ਸਾਈਜ਼ ਥੋੜ੍ਹਾ ਜਿਹਾ ਵੱਡਾ। ਇਹਦੇ 'ਚ ਬੈਗ ਜਿਹੜਾ ਨਾ ਥੋੜ੍ਹਾ ਜਿਹਾ ਇੰਜਨ ਹਿੱਲੇਗਾ। ਕੀਮਤ ਜਿਹੜੀ ਹੈ ਇਹਦੀ ਕੀਮਤ ਉਸ ਤੋਂ ਡਬਲ ਹੈ। ਮੈਨੂੰ ਵੈਸੇ ਵੀ ਮੈਂ ਲੈਣ ਕੁਝ ਹੋਰ ਆਉਣਾ ਅਤੇ ਕੁਝ ਹੋਰ ਪਸੰਦ ਆ ਜਾਂਦਾ ਹੈ। ਹੁਣ ਹੈਲਮਟ ਜਿਹੜੇ ਨੇ, ਮੇਰਾ ਹੈਲਮਟ ਵੀ ਜਿਹੜਾ ਉਹਨੂੰ ਕਾਫੀ ਝਰੀਟਾਂ ਆਈਆਂ ਨੇ। ਇਹ ਇੱਕ ਹੈਲਮਟ ਪਸੰਦ ਆਇਆ, ਇਹਦੀ ਕੀਮਤ ਹੈ ਤਕਰੀਬਨ ਪਾਕਿਸਤਾਨੀ 10,000 ਰੁਪਇਆ। ਔਰ ਮੈਨੂੰ ਇਹ ਹੈਲਮਟ ਜ਼ਿਆਦਾ ਪਸੰਦ ਹੈ ਜਿਹੜਾ ਅੱਗੋਂ ਖੁੱਲ੍ਹਾ ਹੁੰਦਾ। ਮਤਲਬ ਹੈ ਕਿ ਇਹ ਹੈਲਮਟ ਜ਼ਿਆਦਾ ਮੈਂ ਪਸੰਦ ਕਰਨਾ ਵਾ। ਇਹਦੇ ਸਾਹ ਨਹੀਂ ਬੰਦ ਹੁੰਦਾ ਔਰ ਸਾਈਡਾਂ ਤੋਂ ਨਜ਼ਰ ਵੀ ਜ਼ਿਆਦਾ ਆਉਂਦਾ। ਹੁਣ ਤੁਹਾਨੂੰ ਪਾ ਕੇ ਵਿਖਾਉਣਾ। ਹੈਲਮਟ ਦੀ ਕੁਆਲਿਟੀ ਵੀ ਕਾਫੀ ਅੱਛੀ ਹੈ, ਜਿਹੜਾ ਮੈਂ ਹੁਣ ਇਸਤੇਮਾਲ ਕਰ ਰਿਹਾ ਉਹਦੇ ਤੋਂ ਕਾਫੀ ਅੱਛਾ ਹੈ। ਇਹ ਸਾਈਡਾਂ ਦੇ ਉੱਤੇ ਨਾ ਰਬੜ ਲੱਗੇ ਆ ਤਾਂ ਕਿ ਬਾਰਿਸ਼ ਦਾ ਪਾਣੀ ਅੰਦਰ ਨਾ ਜਾਏ। ਇਹਨੂੰ ਪਾ ਕੇ ਚੈੱਕ ਕਰੀਏ ਕੀ ਫੀਲ ਆਉਂਦੀ। ਵਾਹ ਜ਼ਬਰਦਸਤ ਯਾਰ। ਉਸ ਹੈਲਮਟ ਤੋਂ ਬਹੁਤ ਕੰਫਰਟੇਬਲ ਹੈ। ਜਿਹੜਾ ਮੈਂ ਪਹਿਲੇ ਪਾਇਆ ਸੀ ਨਾ ਉਹਦੇ ਨਾਲੋਂ ਹਲਕਾ ਵੀ ਹੈ, ਲਾਈਟ ਵੇਟ ਵੀ ਸਮਹਾਓ, ਔਰ ਬੜਾ ਅੱਛਾ ਵੀ। ਇਹ ਸ਼ੀਸ਼ਾ ਬੰਦ ਹੋ ਗਿਆ, ਇਸ ਤਰ੍ਹਾਂ ਲੱਗੇਗਾ। ਉਹ ਕਾਫੀ ਲਾਈਟ ਵੇਟ ਹੈ, ਜ਼ਬਰਦਸਤ। ਹੈਂਡਫਰੀ ਵੀ ਅੰਦਰ ਬੜੇ ਅੱਛੇ ਤਰੀਕੇ ਨਾਲ ਫਿੱਟ ਹੋ ਗਈ ਹੈ, ਤੰਗ ਨਹੀਂ ਕਰ ਰਹੀ। ਲੋ ਜੀ ਹੈਲਮਟ ਡਨ ਹੋ ਗਿਆ ਮੇਰਾ। ਹੈਲਮਟ ਵੀ ਲਵਾਂਗਾ, ਇੱਥੇ ਆ ਕੇ ਇਹ ਲਈ ਲਵਾਂਗਾ ਇਨਸ਼ਾਅੱਲਾ। ਕਾਫੀ ਅੱਛਾ ਔਰ ਕੰਫਰਟੇਬਲ ਹੈਲਮਟ ਹੈ। ਅੱਛਾ, ਤੁਹਾਨੂੰ ਆਪਣੀ ਲਾਈਫ ਦਾ ਨਾ ਇੱਕ ਬੜਾ ਵੱਡਾ ਹੈਕ ਦੱਸਣ ਲੱਗਾ ਕਿ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਸਾਈਜ਼ ਇਨਵੋਲਵ ਹੁੰਦਾ ਹੈ। ਤੁਸੀਂ ਘਬਰਾਉਂਦੇ ਹੋ ਕਿ ਯਾਰ ਮੈਂ ਪੈਸੇ ਖਰਚਣਾ ਚਾਹੁੰਦਾ ਲੇਕਿਨ ਪਤਾ ਨਹੀਂ ਸਾਈਜ਼ ਖ਼ਰਾਬ ਨਾ ਚੀਜ਼ ਆ ਜਾਈਏ ਉਹ, ਅਤੇ ਉਹਦਾ ਹੱਲ ਹੈ ਇਸ ਤਰ੍ਹਾਂ ਫਿਜ਼ੀਕਲ ਦੁਕਾਨਾਂ 'ਤੇ ਆਓ, ਉਹ ਚੀਜ਼ ਚੈੱਕ ਕਰੋ, ਉਹਨੂੰ ਵੇਖੋ, ਪੂਰਾ ਉਹਦਾ ਸਾਈਜ਼ ਵਗੈਰਾ ਵੇਖੋ। ਇਹ ਜਿੰਨੇ ਵੀ ਹੁਣ ਅੱਜ ਕੱਲ੍ਹ ਜਾਪਾਨ ਦੇ ਅੰਦਰ ਸਟੋਰ ਨੇ ਨਾ, ਉਹਨਾਂ ਦੇ ਔਨਲਾਈਨ ਸਟੋਰ ਮੌਜੂਦ ਹੁੰਦੇ ਨੇ। ਔਰ ਜਾਂ ਤਾਂ ਉਹਨਾਂ ਦੀ ਪ੍ਰਾਈਸ ਬਿਲਕੁਲ ਸੇਮ ਹੁੰਦੀ ਹੈ, ਜ਼ਿਆਦਾ ਨਹੀਂ ਹੋ ਸਕਦੀ, ਜਾਂ ਉਹਨਾਂ ਦੀ ਪ੍ਰਾਈਸ ਇਹਦੇ ਤੋਂ ਵੀ ਘੱਟ ਹੁੰਦੀ ਹੈ। ਔਨਲਾਈਨ ਸੇਲ ਲੱਗੀ ਹੁੰਦੀ ਔਰ ਜਿਹੜੀ ਡਿਲੀਵਰੀ ਉਹ ਵੀ ਫ੍ਰੀ ਹੁੰਦੀ ਹੈ। ਅਤੇ ਤੁਸੀਂ ਇੱਥੋਂ ਚੀਜ਼ ਪਾ ਕੇ ਵਗੈਰਾ ਅਤੇ ਦੇਖ ਤੱਕ ਕੇ ਪੂਰਾ ਡਿਸਾਈਡ ਕਰੋ ਔਰ ਨੈੱਟ ਦੇ ਉੱਤੇ ਔਡਰ ਕਰ ਦਿਓ। ਬਲਕਿ ਉਹ ਆਰਡਰ ਕਰਨ ਦੀ ਵਜ੍ਹਾ ਤੋਂ ਤੁਹਾਡੇ ਕ੍ਰੈਡਿਟ ਕਾਰਡਸ ਦੇ ਵੀ ਤੁਹਾਨੂੰ ਪੁਆਇੰਟ ਮਿਲਦੇ ਨੇ, ਜਾਂ ਐਮਾਜ਼ੋਨ ਤੋਂ ਖਰੀਦੋ, ਐਮਾਜ਼ੋਨ 'ਤੇ ਵੀ ਅਲੱਗ ਪੁਆਇੰਟਸ ਮਿਲਦੇ ਨੇ। ਅਤੇ ਇਹ ਇੱਕ ਬੜਾ ਵੱਡਾ ਹੈਕ ਹੈ ਕਿ ਜਿਹੜੀ ਚੀਜ਼ ਸਾਈਜ਼ ਦਾ ਜਿਹਦਾ ਇਸ਼ੂ ਹੋਵੇ, ਤੁਸੀਂ ਫਿਜ਼ੀਕਲ ਆ ਕੇ ਚੈੱਕ ਕਰੋ, ਚੈੱਕ ਕਰਕੇ ਕਹੋ ਠੀਕ ਹੈ ਵੇਖਦੇ ਹਾਂ, ਅਤੇ ਔਨਲਾਈਨ ਆਰਡਰ ਕਰ ਦਿਓ, ਯਾਦ ਰੱਖਣਾ। ਫਿਰ ਦੋਸਤੋ ਤੁਸੀਂ ਇਹ ਵੇਖੋ ਕਿ ਇੱਥੇ ਨਾ ਇੱਕ ਤੋਂ ਇੱਕ ਵੱਧ ਜਿਹੜਾ ਨਾ ਚੀਜ਼ ਲੱਗੀ, ਇੱਕ ਤੋਂ ਇੱਕ ਵੱਧ ਪ੍ਰੋਡਕਟ ਲੱਗੀ ਹੈ। ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਇਹ ਹੋਣਾ, ਜਿਸ ਤਰ੍ਹਾਂ ਕਿ ਕਾਰ ਅਤੇ ਮੋਬਾਈਲ ਫੋਨ ਹੋਲਡਰ ਨੇ ਨਾ, ਅਤੇ ਇੰਨੇ ਡਿਜ਼ਾਈਨਾਂ ਦੇ ਲੱਗੇ ਨੇ। ਤੁਸੀਂ ਕਹੋ ਕਿ ਯਾਰ ਮੈਂ ਇੰਝ ਦਾ ਨਹੀਂ ਲੈਣਾ, ਉਹ ਇੰਝ ਖੁੱਲ੍ਹੇ ਉੱਤੋਂ ਖੁੱਲ੍ਹੇ, ਇਹ ਮੋਬਾਈਲ ਦਾ ਸਾਈਜ਼ ਹੋਣਾ। ਇਹ ਵੇਖੋ, ਇਹ ਕਿੰਨਾ ਪਿਆਰਾ ਹੈ। ਦੱਸਿਆ ਕਿ ਇਹਨੂੰ ਤੁਸੀਂ ਇੰਝ ਵੀ ਕਰ ਸਕਦੇ ਹੋ, ਉੱਤੇ ਥੱਲੇ ਵੀ ਕਰ ਸਕਦੇ ਹੋ। ਇਹਦੇ ਅੰਦਰ ਮੋਟਰ ਲੱਗੀ ਹੈ, ਇਹ ਆਪੇ ਹੀ ਇੰਝ ਹੋ ਜਾਏਗਾ, ਔਰ ਇਹ ਵਾਇਰਲੈਸਲੀ ਮੋਬਾਈਲ ਨੂੰ ਵੀ ਚਾਰਜ ਕਰੇਗਾ ਔਰ ਇਸ ਤਰ੍ਹਾਂ ਖੁੱਲ੍ਹ ਜਾਏਗਾ। ਮਤਲਬ ਕਮਾਲ ਚੀਜ਼ਾਂ ਨੇ। ਤੁਸੀਂ ਆਪਣੀ ਗੱਡੀ ਦੇ ਹਿਸਾਬ ਨਾਲ
ਮੁxtਲਿਫ ਡਿਜ਼ਾਈਨਾਂ ਦੇ। ਇਹ ਸਿਰਫ ਹੋਣੇ ਕਿ ਉਹ ਜਿਹੜਾ ਚਿਮੜਨ ਵਾਲਾ ਹੁੰਦਾ ਜਿਹਦੇ 'ਚ ਆਈਫੋਨ ਚਿਮੜ ਜਾਂਦਾ ਇੰਜ ਕਰਕੇ, ਉਹ ਤੁਸੀਂ ਇਹਨੂੰ ਲੈ ਸਕਦੇ ਹੋ। ਇਸ ਤਰ੍ਹਾਂ ਇੱਥੇ ਨਾ ਇਸ ਸਟੋਰ ਦੇ ਵਿੱਚ ਭਰਮਾਰ ਹੈ ਚੀਜ਼ਾਂ ਦੀ। ਮੈਂ ਹੁਣ ਹੋਰ ਟੋਕਰੀਆਂ ਵੱਲ ਜਾ ਰਿਹਾ, ਪਲਾਸਟਿਕ ਦੀਆਂ ਹੋਰ ਕੋਈ ਟੋਕਰੀਆਂ ਵੇਖਣਾ। ਅੱਛਾ, ਜਿਹੜੇ ਬੰਦੇ ਸਮਝਦੇ ਨੇ ਨਾ ਕਿ ਥਰਮੋਸ ਜਿਹੜਾ ਉਹ ਦੇ ਵਿੱਚ ਠੰਡਾ ਪਾਣੀ ਠੰਡਾ ਜਾਂ ਗਰਮ ਪਾਣੀ ਗਰਮ ਰਹਿੰਦਾ, ਬੇਸਿਕਲੀ ਜਿਹੜਾ ਥਰਮੋਸ ਹੈ ਉਹ ਕੰਪਨੀ ਦਾ ਨਾਂ ਹੈ ਥਰਮੋਸ। ਔਰ ਇਹ ਕੰਪਨੀ ਜਿਹੜੀ ਹੈ ਇਹ ਮੁxtਲਿਫ ਕਿਸਮ ਦੀਆਂ ਚੀਜ਼ਾਂ ਬਣਾਉਂਦੀ ਹੈ। ਅਤੇ ਆਫ ਕੋਰਸ ਇਹ ਵੇਖ ਰਹੇ ਹੋ, ਇਹ ਗਲਾਸ ਹੈ ਅਤੇ ਇਹਦੇ ਵਿੱਚ ਠੰਡਾ ਪਾਣੀ ਠੰਡਾ ਗਰਮ ਪਾਣੀ ਗਰਮ ਰਹੇਗਾ, ਕਿਉਂਕਿ ਇਹਦੇ 'ਚ ਡਬਲ ਲੇਅਰ ਹੈ ਨਾ। ਇਹ ਥਰਮੋਸ ਕੰਪਨੀ ਦਾ ਨਾਂ ਹੈ। ਜਿਹੜੇ ਬੰਦੇ ਸਾਰੀ ਜ਼ਿੰਦਗੀ ਇਹ ਸਮਝਦੇ ਰਹੇ ਨੇ ਕਿ ਯਾਰ ਥਰਮੋਸ ਜਿਹੜਾ ਉਹ ਗਰਮ ਚਾਹ ਵਾਸਤੇ ਹੁੰਦਾ, ਉਹ ਜ਼ਰੂਰ ਕਮੈਂਟ ਕਰਨ। ਉਹਨਾਂ ਨੂੰ ਦੱਸ ਦਿੱਤਾ ਕਿ ਥਰਮੋਸ ਇੱਕ ਕੰਪਨੀ ਹੋ ਰਿਹਾ ਮੁxtਲਿਫ ਚੀਜ਼ਾਂ ਕਿਚਨ ਵੇਅਰ ਵਗੈਰਾ ਬਣਾਉਂਦੀ ਹੈ। ਇਹ ਜੀ ਅਸਲ ਥਰਮੋਸ, ਅੱਜ ਦੇ ਆਪਣਾ ਡਿਜ਼ਾਈਨ ਦਾ ਥਰਮੋਸ, ਕਿਊਟ ਥਰਮੋਸ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਥਰਮਸ ਆਖਦੇ ਹਾਂ, ਥਰਮਸ। ਔਰ ਇਹ ਐਲੂਮੀਨੀਅਮ ਦਾ, ਔਰ ਇਹਦੀ ਕੀਮਤ ਜਾਪਾਨੀ ਦੇ ਵਿੱਚ 4000 ਜਾਂ ਸਮਥਿੰਗ, ਪਾਕਿਸਤਾਨੀ 7000 ਦਾ ਹੋਏਗਾ। ਛੋਟੇ ਛੋਟੇ ਪਿਆਰੇ ਪਿਆਰੇ ਕਿਊਟ ਥਰਮੋਸ ਨੇ। ਇਹ ਕਿੰਨਾ ਆਸਾਨ ਹੋ ਗਿਆ, ਇੰਝ ਦੱਬੋ ਅਤੇ ਪਾਣੀ ਕੱਢੋ, ਇੰਝ ਕਰੋ तो सील टाइट हो जाएगी। ज़बरदस्त है ना। तो ये है दोस्तों थर्मोस की कहानी। यह भी सारा थर्मोस है, मुख्तलिफ किस्म साइकिलों ते जाने वाले, उंज वैसे गड्डी च रखने वाले। यह वेखो, यह एक फुल वड्डे साइज़ का थर्मोस है। ये अंदर पूरी बोतल जी है ना 2.5 लीटर की 2 लीटर की, वो भी सेफ हो जाएगी और ठंडी रहेगी। क्या बात है, इन्होंने हर चीज़ का यार हल कढ़िया, इन्होंने कमाल नहीं होगी। दसते पे ने क्या बोतल भी आ जाती है, एक एक चीज़ समझाते हैं, किसी को पूछने की लोड़ नहीं पैंदी कि यार की शै है। वेखो डब्बे का पैकिंग का मकसद ही है कि हर चीज़ वाजिया होवे। वेख रहे हो ए किन्ने मिलीलीटर का एक कैन है, यानी कि उन्हें दसिया है कि 1 2 3 9 कॉफ़ी के कैन तुम हेठ उत्थे ला सकते हो। फिर सवाल पैदा होगा हुण पता नहीं कैन का किहड़ा साइज़ है, तो फिर उन्होंने साइज़ भी लिखा है कि 190 ml का कैन होवे। कोई चीज़ हिडन नहीं, कोई यानी कि कोई तुहाडे नाल धोखा नहीं यार असीं ते तुहानूं कहा सी 9 डब्बे ते आउणगे विच, लेकिन वो 9 छोटे ने या वड्डे ने वो नहीं। धोखे वाली कोई गल नहीं है। अगले ने उहदा साइज़ भी लिखा है कि किहड़े डब्बे ने छोटे या वड्डे। ਇਹ ਜਿਹੜੀ ਨਾ ਇੱਥੋਂ ਦੀ ਇਮਾਨਦਾਰੀ, ਇਹ ਇਹਨਾਂ ਦੀ ਤਰੱਕੀ ਦਾ ਰਾਜ਼ ਦਾ ਇੱਕ ਛੋਟਾ ਜਿਹਾ ਇੱਕ ਪਹਿਲੂ ਹੈ, ਹੋਰ ਵੀ ਕਿੰਨੇ ਨੇ। ਮੈਂ ਹੁਣ ਆਪਣਾ ਹੋਰ ਕੋਈ ਡੱਬਾ ਵੇਖਾਂ ਚੱਲ ਕੇ। ਅੱਛਾ, ਇਹ ਮੈਂ ਦੂਸਰੇ ਸੈਕਸ਼ਨ 'ਚ ਆਇਆ ਵਾਂ। ਇੱਥੇ ਵੀ ਹੈ ਕਿੰਨੇ ਹਰ ਕਿਸਮ ਦੇ ਕਿੰਨੇ ਸਾਈਜ਼ ਦੇ ਜਿਹੜੇ ਨਾ ਇਹ ਲੱਗੇ ਨੇ ਬਾਕਸ ਨਾ, ਲੇਕਿਨ ਬੇਸਿਕਲੀ ਇਹ ਕੋਈ ਨਾ ਸਟੋਰੇਜ ਵਾਸਤੇ ਨੇ। ਇਹਨਾਂ ਦੇ ਉੱਤੇ ਢੱਕਣ ਵੀ ਹੈ, ਜੈਪਨੀਜ਼ ਦੇ ਵਿੱਚ ਢੱਕਣ ਨੂੰ ਕਹਿੰਦੇ ਨੇ ਫੁੱਤਾ, ਅਤੇ ਇਹਨਾਂ ਦੇ ਉੱਤੇ ਢੱਕਣ ਵੀ ਹੈ, ਯਾਨੀ ਕਿ ਢੱਕਣ ਲਾ ਕੇ ਚੀਜ਼ਾਂ ਸਟੋਰ ਕਰੋ। ਔਰ ਇਹ ਵੱਡੇ ਨੇ ਨਾ, ਇਹਦੇ 'ਚ ਮੇਰਾ ਮਕਸਦ ਜਿਹੜਾ ਨਾ ਪੂਰਾ ਨਹੀਂ ਹੋ ਰਿਹਾ, यानी कि वो जो सब तो पहले साइज़ वाला वेख्या ना, वो ही फिलहाल बेहतरीन है। फिर वो ही ले लाँगे, वो काले कलर दे विच ना, काला कलर ज़्यादा गंदा भी नहीं ना लगता। वेरे दुनिया जान दी हर चीज़ जो तुसी सोचो, तारां ते पाइप ते पता नहीं की गैस ते पैप, गैस चुल्हे, छोटे छोटे छोटा जिहा कितना क्यूट जिहा बेसन एक बंदे वास्ते ना। और ਇਹ ਉਹੀ ਆਟੋਮੈਟਿਕ ਟੂਟੀ ਹੈ, ਥੱਲੇ ਹੱਥ ਕਰੋ ਤੇ ਨਹੀਂ ਆਟੋਮੈਟਿਕ ਨਹੀਂ, ਇਹ ਇੱਥੋਂ ਠੰਡਾ ਪਾਣੀ ਗਰਮ ਪਾਣੀ। ਉਸ ਤੋਂ ਬਾਅਦ ਇਹਦੇ ਅੰਦਰ ਤੁਸੀਂ ਸੋਪ ਪਾ ਦਿਓ, ਇਹਨੂੰ ਐਂ ਦਬਾਓਗੇ ਤੇ ਸੋਪ ਥੋੜ੍ਹਾ ਜਿਹਾ ਨਿਕਲੇਗਾ, ਸੋਪ ਜ਼ਾਇਆ ਵੀ ਨਹੀਂ ਹੋਏਗਾ ਨਾ। ਇਹ ਕਿੰਨਾ ਕਿਊਟ ਹੈ। ਲੈਣ ਮੈਂ ਕੁਝ ਹੋ ਰਿਹਾ, ਲੇਕਿਨ ਨਾਲ ਤੁਹਾਨੂੰ ਹੋਰ ਚੀਜ਼ਾਂ ਵੀ ਵਿਖਾ ਰਿਹਾ। ਮੈਂ ਇੱਕ ਪੱਖਿਆਂ ਵਾਲੀ ਜੈਕਟ ਵੀ, ਇੱਕ ਐਕਸਟਰਾ ਜੈਕਟ ਵੀ ਲੈਣੀ ਹੈ ਨਾ ਪੱਖਿਆਂ ਵਾਲੀ, ਜਿਹਦੇ ਪਿੱਛੇ ਪੱਖੇ ਲੱਗ ਜਾਣ ਨਾ। ਇਹ ਪੱਖਿਆਂ ਵਾਲੀ ਹੈ ਨਹੀਂ, ਇਹ ਨਹੀਂ ਪੱਖਿਆਂ ਵਾਲੀ। ਇਹ ਵੇਖੋ ਕਿ ਇਹ ਕੰਮ ਵਾਸਤੇ ਕਿੰਨੇ ਖੂਬਸੂਰਤ ਕੱਪੜੇ ਇਹਨਾਂ ਨੇ ਬਣਾਏ ਨੇ। ਹੁਣ ਇੱਕ ਹੋਰ ਹੈਕ ਤੁਹਾਨੂੰ ਦੱਸਣ ਲੱਗਾ ਕਿ ਤੁਹਾਨੂੰ ਅਗਰ ਕੋਈ ਕੱਪੜਿਆਂ ਦੇ ਡਿਜ਼ਾਈਨ ਪਸੰਦ ਨਹੀਂ ਨਾ ਆਉਂਦੇ, ਅਤੇ ਤੁਸੀਂ ਉੱਥੇ ਜਾਓ ਜਿੱਥੇ ਨਾ ਕੰਮ ਵਾਸਤੇ ਕੱਪੜੇ ਮਿਲਦੇ ਨਾ, ਯੂਨੀਫਾਰਮ ਵਗੈਰਾ। ਹੁਣ ਇਹ ਵੇਖੋ ਕਿ ਇਹ ਯੂਨੀਫਾਰਮ ਸੈਕਸ਼ਨ ਦੇ ਉੱਤੇ ਲੱਗੇ ਹੈ, ਐਮ ਸਾਈਜ਼ ਹੁੰਦਾ, ਔਰ ਬੜਾ ਬਿਹਤਰੀਨ ਪਜਾਮਾ ਯਾਰ, ਬੜਾ ਕਮਾਲ। ਔਰ ਇੰਨਾ ਜ਼ਿਆਦਾ ਮਹਿੰਗਾ ਵੀ ਨਹੀਂ ਹੈ, ਤਕਰੀਬਨ ਇੱਥੋਂ ਦੇ ਹਿਸਾਬ ਨਾਲ ਇਹਦੀ ਕੀਮਤ ਮੁਨਾਸਬ ਹੈ। ਕਾਟਨ ਹੈ, ਕੱਪੜਾ ਵੀ ਅੱਛਾ ਹੈ, ਜੇਬਾਂ ਵੀ ਇੰਨੀਆਂ ਜ਼ਿਆਦਾ ਨੇ, ਅੱਛੀ ਚੀਜ਼ ਬਣਾਈ ਹੈ। ਇਹ ਆ ਗਈ ਜੇ ਪੱਖਿਆਂ ਵਾਲੀ ਜੈਕਟ ਨਾ, ਪੂਰਾ ਉਹਨਾਂ ਨੇ ਇੱਕ ਨਿਜ਼ਾਮ ਬਣਾ ਕੇ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਗਰਮੀ ਤੋਂ ਪੂਰਾ ਯੈਸ ਪ੍ਰੋਗਰਾਮ ਕਰ ਸਕਦੇ ਹੋ ਬਚਣ ਵਾਸਤੇ ਨਾ। ਪੂਰੀ ਯੂਨੀਫਾਰਮ ਉਹਨਾਂ ਨੇ ਤਿਆਰ ਕਰਕੇ ਬਣਾ ਕੇ ਦਿੱਤੀ ਹੈ ਨਾ। ਇਹ ਵੀ ਸਮਝ ਲਓ ਕਿ ਇੱਕ ਮਸ਼ਹੂਰੀ ਦਾ ਇੱਕ ਤਰੀਕਾਕਾਰ ਹੈ। ਇਹ 2 ਪੱਖੇ ਨੇ, ਠੀਕ ਹੈ। ਉਸ ਤੋਂ ਬਾਅਦ ਇਹ ਪਾਵਰ ਬੈਂਕ ਹੈ, ਅਤੇ ਇਹ ਜਿਹੜਾ ਇਹਦੇ ਅੰਦਰ ਮੇਰੇ ਖਿਆਲ ਅਸੀਂ ਬਰਫ਼ ਵਗੈਰਾ ਪਾ ਸਕਦੇ ਹਾਂ। ਇਹਦੇ 'ਤੇ ਇਹ ਟੁਕੜੀਆਂ, ਬਰਫ਼ ਦੀਆਂ ਟੁਕੜੀਆਂ ਇੰਝ ਕਰਕੇ ਇਹਨੂੰ ਅੰਦਰ ਹੀ ਜੈਕਟ ਦੇ ਅੰਦਰ ਰੱਖ ਦਿਆਂਗੇ। ਅਤੇ ਜਿਹੜੇ ਪੱਖੇ ਨੇ ਉਹ ਇੱਥੇ ਲੱਗਣਗੇ, ਇਹ ਪੱਖੇ ਨਾ, ਅਤੇ ਇਹ ਹਵਾ ਇਹਦੇ ਵਿੱਚ ਪੂਰੀ ਭਰੀ ਜਾਏਗੀ। ਇਹ ਸਾਰਾ ਹੁਣ ਨਾ ਇਹ ਪੱਖਿਆਂ ਦਾ ਸੈਕਸ਼ਨ ਹੈ। ਉਹ ਵੇਖੋ ਨਾ, ਉਹ
ਉੱਤੇ ਵੀ ਉਹਨਾਂ ਨੇ ਬੰਦਾ ਖਿਲਾ ਰਿਹਾ ਜਿਹੜਾ ਕਿ ਇੰਨੀ ਗਰਮੀ ਦੇ ਵਿੱਚ -5 ਡਿਗਰੀ ਉਹਨੂੰ ਮਹਿਸੂਸ ਹੋ ਰਿਹਾ ਹੈ। ਤੇ ਬਕਵਾਸ ਹੀ ਹੈ ਲੇਕਿਨ ਤਵੱਜੋ ਲੈਣ ਵਾਸਤੇ ਨਾ ਇਹ ਵੇਖ ਰਹੇ ਇਸ ਤਰ੍ਹਾਂ ਦੀ ਇੱਕ ਮੈਂ ਲੈਣੀ ਹੈ ਨਾ ਇੱਕ ਹੋਰ, ਜਿਹਦੇ ਵਿੱਚ ਮੈਂ ਆਪਣੇ ਪੱਖੇ ਲਾ ਲਾਂਗਾ। ਪੱਖੇ ਮੇਰੇ ਕੋਲ ਹੈ ਨੇ, ਪੱਖੇ ਮੈਂ ਇਹਦੇ ਵਿੱਚ ਲਾ ਲਾਂਗਾ ਤੇ ਬਸ ਇਹ ਜੈਕਟ ਇੱਕ ਲੈਣੀ। ਇਹ ਇਹਨਾਂ ਨੇ ਬਕਾਇਦਾ ਪੱਖੇ ਲਾ ਕੇ ਦਿਖਾਏ ਨੇ ਕਿ ਇੱਥੇ ਕਿੰਨੀ ਹਵਾ ਆ ਰਹੀ, ਕਿ ਕਿਸ ਤਰ੍ਹਾਂ ਹੈ, ਕਿੰਨੀ ਕੁ ਹਵਾ ਦੇ ਸਕਦੇ ਨੇ। ਯਾਨੀ ਕਿ ਇਹ ਪੱਖੇ ਇੱਧਰੋਂ ਹਵਾ ਖਿੱਚ ਰਹੇ ਨੇ ਦੋਨੋਂ, ਔਰ ਇੱਥੋਂ ਤੁਹਾਨੂੰ ਹਵਾ ਵਾਪਸ ਦੇ ਰਹੇ ਨੇ। ਯਾਨੀ ਕਿ ਤੁਹਾਨੂੰ ਅੰਦਾਜ਼ਾ ਹੋਵੇ ਕਿ ਇਹ ਪੱਖੇ ਕਿੰਨੇ ਪ੍ਰੈਸ਼ਰ ਦੇ ਨਾਲ ਹਵਾ ਜੈਕਟ ਦੇ ਅੰਦਰ ਸੁੱਟਣਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਜਾਪਾਨੀ ਨੇ ਇਹ ਜਦੋਂ ਤੱਕ ਚੀਜ਼ ਪੂਰੀ ਤਸੱਲੀ ਨਾ ਕਰਦੇ ਤੇ ਇਹ ਚੀਜ਼ ਨਹੀਂ ਲੈਂਦੇ। ਇਸ ਵਜ੍ਹਾ ਤੋਂ ਜਾਪਾਨੀ ਇੱਕ ਦੂਜੇ ਨੂੰ ਸਮਝਾਉਣ ਵਾਸਤੇ ਇਹ ਸਾਰੇ ਜਿਹੜੇ ਨਾ ਕਿ ਯਤਨ ਕਰਦੇ ਨੇ, ਔਰ ਇਹ ਅੱਛੀ ਚੀਜ਼ ਹੈ। ਵਨ ਟਾਈਮ ਇੱਕ ਦਫਾ ਤੁਸੀਂ ਇਹ ਚੀਜ਼ ਲਾ ਦਿੱਤੀ ਹੈ, ਜਾਪਾਨੀ ਸਟਾਈਲ ਹੈ, ਬਾਰ-ਬਾਰ ਦੱਸਣਾ ਨਹੀਂ ਪੈਂਦਾ ਕਿ ਤੁਸੀਂ ਇੱਕ ਬੰਦਾ ਖਿਲਾਰੋ ਜਿਹੜਾ ਸਵੇਰ ਤੋਂ ਸ਼ਾਮ ਤੱਕ ਚੀਜ਼ਾਂ ਐਕਸਪਲੇਨ ਕਰਦਾ ਰਹੇ, ਉਹਨੂੰ ਤੁਸੀਂ ਤਨਖਾਹ ਵੀ ਦੇਣੀ ਹੈ ਤੇ ਉਹਨੇ ਹਰ ਦਫਾ ਮੁਖਤਲਿਫ ਤਰੀਕੇ ਨਾਲ ਆਪਣੇ ਮੂਡ ਦੇ ਹਿਸਾਬ ਨਾਲ ਐਕਸਪਲੇਨ ਕਰਨਾ ਹੈ। ਲੇਕਿਨ ਅਗਰ ਇਸ ਤਰ੍ਹਾਂ ਦੀ ਕੋਈ ਡੈਮੋ ਲਾ ਦਿੱਤਾ ਆਪਣੇ ਬਿਜ਼ਨਸ ਦੇ ਹਿਸਾਬ ਨਾਲ, ਇੰਨਾ ਕੁ ਤੁਸੀਂ ਇੱਕੋ ਦਫਾ ਹੀ ਰਿਸਰਚ ਕਰਕੇ ਡਿਟੇਲ ਦੇ ਨਾਲ ਚੀਜ਼ਾਂ ਦੱਸ ਦਿੱਤੀਆਂ ਨੇ ਹੈ, ਤੇ ਜਿਹੜਾ ਬੰਦਾ ਆਏਗਾ ਉਹਨੂੰ ਹਰ ਚੀਜ਼ ਸਮਝ ਆਏਗੀ ਤੇ ਇੱਕ ਬੰਦੇ ਦਾ ਤੁਹਾਡਾ ਕੰਮ ਬਚ ਜਾਏਗਾ। ਔਰ ਇੱਕ ਹੋਰ ਗੱਲ ਹੈ, ਇੰਨਾ ਵੱਡਾ ਸਟੋਰ ਹੈ, ਇਸ ਪੂਰੇ ਸਟੋਰ ਦੇ ਵਿੱਚ ਜਿੰਨੇ ਵਰਕਰ ਨੇ ਸਾਰਿਆਂ ਨੂੰ ਵਾਇਰਲੈਸ ਦਿੱਤੀ ਗਈ ਹੈ। ਸਾਰਿਆਂ ਦੇ ਕੰਨ ਦੇ ਵਿੱਚ ਇੱਕ ਕਨੈਕਟਿਡ ਯਾਨੀ ਕਿ ਇੱਕ ਕਾਨਫਰੰਸ ਦੇ ਤੌਰ ਦੇ ਉੱਤੇ ਇੱਕ ਯਾਨੀ ਕਿ ਉਹਨਾਂ ਦਾ ਸਿਸਟਮ ਹੈ ਉਹ ਲੱਗਾ ਹੋਇਆ ਹੈ। ਇੱਕ ਬੰਦਾ ਗੱਲ ਕਰੇਗਾ ਕਿ ਯਾਰ ਮੈਂ ਇਸ ਸੈਕਸ਼ਨ 'ਤੇ ਫਸਿਆ ਹੋਇਆ ਵਾਂ, ਕੋਈ ਬੰਦਾ ਆਵੇ, ਸਭ ਨੂੰ ਆਵਾਜ਼ ਆਏਗੀ, ਜਿਹੜਾ ਕੋਲ ਹੋਏਗਾ ਉੱਥੇ ਪਹੁੰਚ ਜਾਏਗਾ ਔਰ ਉਹ ਦੱਸ ਦੇਗਾ ਜੀ ਮੈਂ ਪਹੁੰਚ ਗਿਆ, ਮੈਂ ਆ ਰਿਹਾ। ਇਹ ਸਾਰੇ ਪੂਰਾ ਐਡੇ ਵੱਡੇ ਸੋਚ ਸਾਰੇ ਆਪਸ 'ਚ ਕਨੈਕਟਿਡ ਨੇ। ਇੱਕ ਬੜੀ ਦਿਲਚਸਪ ਚੀਜ਼ ਹੈ। ਮਤਲਬ ਇੱਥੇ ਵੀ ਇਹ ਹੋਰ ਵੀ ਸਟੋਰਾਂ 'ਚ ਹੁੰਦਾ ਹੈ। ਕਈ ਬੰਦੇ ਕਹਿਣ ਲੱਗ ਪੈਂਦੇ ਨੇ ਇਹ ਤੋਂ ਭਾਈ ਇਹ ਤੋਂ ਇਧਰ ਵੀ ਹੈ, ਤੋਂ ਉਧਰ ਵੀ ਹੈ। ਉਹ ਭਾਈ ਮੈਂ ਉਹਨਾਂ ਲੋਕਾਂ ਨੂੰ ਦੱਸ ਦਿੰਦਾ ਜਿਹਨਾਂ ਨੂੰ ਨਹੀਂ ਪਤਾ, ਜਿਹਦੇ ਹਾਲੇ ਵੀ ਇਹ ਚੀਜ਼ਾਂ ਸੁਣ ਕੇ ਖੁਸ਼ ਹੁੰਦੇ ਨੇ, ਹੈਰਾਨ ਹੁੰਦੇ ਨੇ ਕਿ ਯਾਰ ਬੜੀ ਅੱਛੀ ਗੱਲ ਹੈ। ਇਹ ਥੋੜ੍ਹੇ ਜਿਹੇ ਸਮਝ 'ਚ ਆਏ ਨੇ ਜ਼ਰਾ ਰੰਗ ਬਰੰਗੀਆਂ ਟੋਕਰੀਆਂ। ਪਹਿਲੇ ਵਾਲੀ 800 ਦੀ ਇੱਕ ਇਹ ਹੋਰ ਆਈ ਹੈ ਕਾਲੇ ਰੰਗ, ਇਹ ਜ਼ਰਾ ਯਾਰ ਇਹ ਪਿਆਰੀ ਲੱਗ ਰਹੀ ਹੈ ਨਾ, ਡਬਲ ਕਲਰ, ਇਹ ਪਿਆਰੀ ਲੱਗ ਰਹੀ ਹੈ ਨਾ। ਇਹਦੇ 'ਚ 2 ਕਲਰ ਨੇ, ਜ਼ਰਾ ਦੂਰੋਂ ਵੀ ਜ਼ਰਾ ਪਤਾ ਲੱਗੇਗਾ। ਇਹਦੇ 'ਚ ਹੁਣ ਬੈਗ ਪਾ ਕੇ ਵੇਖਣੇ ਭਲਾ ਪੂਰਾ ਆਉਂਦਾ। ਬਿਸਮਿਲ੍ਲਾ, ਬੈਗ ਫਸ ਕੇ ਆ ਜੇ ਸਗੋਂ ਚੰਗਾ। ਇਹ ਵੀ ਇੱਕ ਅੱਛੀ ਟੋਕਰੀ ਹੈ, ਨਾਈਸ ਟੋਕਰੀ। ਚਲੋ ਇਹਨੂੰ ਵੀ ਜ਼ੇਨ 'ਚ ਰੱਖਣੇ ਆ, ਫਿਰ ਡਿਸਾਈਡ ਕਰਨੇ ਆ ਕਿ ਇਹ ਲੈਣੀ ਹੈ ਜਾਂ ਕਿ ਦੂਸਰੀ ਉਹ ਵਾਲੀ ਜਿਹੜੀ ਪਹਿਲੇ ਸਭ ਤੋਂ ਪਹਿਲੇ ਚੈੱਕ ਕੀਤੀ ਸੀ। ਹੋਰ ਟੋਕਰੀਆਂ ਵੀ ਹਨ। ਇਹ ਲੋ ਮੁਖਤਲਿਫ ਡਿਜ਼ਾਈਨ ਔਰ ਮੁਖਤਲਿਫ ਸਾਈਜ਼ ਦੀਆਂ ਟੋਕਰੀਆਂ ਨੇ। ਫਿਰ ਜਿਹੜੇ ਲੋਕ ਨੇ ਜਿਹੜੇ ਦਫ਼ਤਰ ਵਗੈਰਾ ਬਣਾਉਂਦੇ ਨੇ ਜਾਂ ਜਿਨ੍ਹਾਂ ਕੋਲ ਕਮਰੇ ਦੇ ਵਿੱਚ ਜਗ੍ਹਾ ਅਜੀਬ ਜਿਹੀ ਜਗ੍ਹਾ ਹੁੰਦੀ ਹੈ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਯਾਰ ਇੱਥੇ ਤੇ ਟੇਬਲ ਚਾਹੀਦਾ ਲੇਕਿਨ ਟੇਬਲ ਸਾਨੂੰ ਮਿਲ ਨਹੀਂ ਰਿਹਾ, ਤੇ ਉਹਨਾਂ ਵਾਸਤੇ ਇਹ ਇੱਕ ਨਾ ਖੁੱਲ੍ਹਾ ਸਮਾਨ ਮਿਲਦਾ ਹੈ। ਯਾਨੀ ਕਿ ਇਹ ਖਾਲੀ ਇਹ ਲਹਿਦਾ ਮਿਲਦੇ ਨੇ, ਇਹ ਚੀਜ਼ਾਂ ਲਹਿਦਾ ਮਿਲਦੀਆਂ ਨੇ ਤੇ ਉਹ ਆਪਣੇ ਮਰਜ਼ੀ ਦਾ ਆਪਣੇ ਕਮਰੇ ਦੀ ਸਾਈਜ਼ ਦੇ ਹਿਸਾਬ ਦੇ ਨਾਲ ਤੇ ਉਹ ਇਹ ਬਣਾ ਸਕਦੇ ਨੇ ਨਾ। ਇਹ ਟੇਬਲ ਜਾਂ ਕਹਿ ਲਓ ਕੋਈ ਰੈਕ ਕਹਿ ਲਓ ਆਪਣੇ ਸਟੋਰੇਜ ਵਾਸਤੇ, ਤੁਸੀਂ ਜੋ ਮਰਜ਼ੀ ਕਰ ਲਓ, ਭਾਵੇਂ ਇਹੋ ਜਿਹੇ ਟਾਇਰ ਲਾ ਲਓ ਥੱਲੇ ਜਾਂ ਇਹੋ ਜਿਹੇ ਥੱਲੇ ਪਲਾਸਟਿਕ ਲਾ ਲਓ ਕਿ ਇਹ ਹਿੱਲਣ ਨਾ, ਮਤਲਬ ਆਪਣੀ ਮਰਜ਼ੀ ਦਾ ਤੁਸੀਂ ਬਣਾ ਸਕਦੇ ਹੋ। ਉੱਥੇ ਇਹ ਵੀ ਮੇਰਾ ਦੱਸਿਆ ਕਿ ਡਿਲੀਵਰੀ ਦੇ ਬਾਰੇ ਸ਼ਾਇਦ ਗੱਲ ਕਰ ਰਹੇ ਨੇ ਕਿ ਡਿਲੀਵਰੀ ਫ੍ਰੀ ਹੈ ਜਾਂ ਇਸ ਤਰ੍ਹਾਂ ਕਰਕੇ ਨਾ 50 ਕਿਲੋ ਤੱਕ ਇਹ ਵਜ਼ਨ ਬਰਦਾਸ਼ਤ ਕਰ ਸਕਦਾ। ਮਤਲਬ ਹੈ ਕਿ ਇੰਨੀ ਡਿਟੇਲ ਪੁੱਛਣ ਦੀ ਲੋੜ ਹੀ ਨਹੀਂ। ਇੱਕ ਬੰਦਾ ਇੱਥੇ ਆਵੇ ਉਹ ਕਹੇ ਕਿ ਯਾਰ ਮੈਂ ਹੁਣ ਲੈ ਤੇ ਲਵਾਂ, ਹੁਣ ਮੈਂ ਜਿਵੇਂ ਮੈਂ ਆਇਆ ਬਾਈਕ ਦੇ ਉੱਤੇ ਤੇ ਮੈਂ ਕਹਾਂ ਯਾਰ ਮੈਂ ਖਰੀਦ ਤੇ ਲਵਾਂ ਪਰ ਮੈਂ ਘਰ ਕਿਸ ਤਰ੍ਹਾਂ ਲੈ ਕੇ ਜਾਵਾਂਗਾ, ਤੇ ਉਹਨਾਂ ਨੇ ਡਿਲੀਵਰੀ ਦੇ ਬਾਰੇ 'ਚ ਪਹਿਲੇ ਕੁਛ ਨਾ ਕੁਛ ਲਿਖੇ ਹੈ ਕਿ ਕੀ ਨਿਜ਼ਾਮ ਹੈ। ਤੇ ਫਿਰ ਮੈਂ ਕਹਿੰਦਾ ਯਾਰ ਮੇਰੀ ਜਿਹੜੀ ਚੀਜ਼ ਹੈ ਉਹ 70-80 ਕਿਲੋ ਦੀ ਇਹ ਬਰਦਾਸ਼ਤ ਕਰ ਲਏਗਾ, ਤੇ ਉਹ ਵੀ ਉਹਨਾਂ ਨੇ ਉੱਤੇ ਜਿਹੜਾ ਕਿ ਲਿਖ ਕੇ ਲਾਇਆ ਹੈ ਪੂਰਾ ਇੰਜ ਨਾ 3D ਦੇ ਤਰੀਕੇ ਦੇ ਨਾਲ ਨਾ, ਇੰਜ ਉਹਨਾਂ ਨੇ ਲਿਖ ਕੇ ਲਾਇਆ ਕਿ ਭਾਈ 50 ਕਿਲੋ ਦਾ ਵਜ਼ਨ ਇਹਦੇ ਉੱਤੇ ਰੱਖੋਗੇ ਨਾ ਤੇ ਇਹਨੂੰ ਕੁਛ ਨਹੀਂ ਹੋਣਾ। ਕੈਸਾ ਹੈ ਨਾ ਕਮਾਲ। ਬਸ ਇਹ 2 ਚੀਜ਼ਾਂ 2 ਪਲਾਸਟਿਕ ਵਾਲੇ ਪਸੰਦ ਆਏ ਨੇ, ਫਾਈਨਲ ਕਰੀਏ ਦੋਨਾਂ ਦੇ ਵਿੱਚੋਂ ਇੱਕ ਨਾ। ਦੁਬਾਰਾ ਉਹ ਦੂਸਰਾ ਵੇਖਣ ਜਾ ਰਿਹਾ ਮੈਂ, ਸਾਈਜ਼ ਵੇਖਣਾ ਵਾ, ਤੇ ਅਗਰ ਤੇ ਬਿਲਕੁਲ ਇੱਕੋ ਸਾਈਜ਼ ਹੈ ਤੇ ਫਿਰ ਇਹ ਜਿਹੜਾ ਦੂਸਰੇ ਨੰਬਰ ਵਾਲਾ ਨਾ ਇਹ ਲਵਾਂਗਾ ਮੈਂ। ਦੋਸਤੋ ਫਾਈਨਲੀ ਇਹ ਪਸੰਦ ਆਇਆ, ਠੀਕ ਹੈ ਨਾ, ਕਿਉਂਕਿ ਇਹਦੇ ਵਿੱਚ ਇੱਕ ਤਾਂ ਇਹਦੇ ਕਲਰ ਕੰਬੀਨੇਸ਼ਨ ਬਹੁਤ ਅੱਛਾ ਹੈ। ਜਾਪਾਨੀ ਜਿਹੜੇ ਨਾ ਉਹ ਚੀਜ਼ ਦੇ ਨਾਲ ਨਾਲ ਉਹਦੇ ਰੰਗ, ਉਹਦੀ ਨਫਾਸਤ, ਉਹਦੀ ਕੁਆਲਿਟੀ ਦਾ ਵੀ ਬੜਾ ਖਿਆਲ ਰੱਖਦੇ ਨੇ। ਅਤੇ ਜਾਪਾਨੀਆਂ ਨਾਲ ਰਹਿ ਕੇ ਨਾ ਮੈਨੂੰ ਵੀ ਇਹ ਚੀਜ਼ ਦੀ ਆਦਤ ਹੋ ਗਈ ਹੈ ਕਿ 2-4 ਪੈਸੇ ਬਾਅਦ ਖਰਚ ਲਓ ਲੇਕਿਨ ਨਾ ਚੀਜ਼ ਨੂੰ ਇਸਤੇਮਾਲ ਕਰਨ ਦਾ ਮਜ਼ਾ ਵੀ ਆਉਣਾ ਚਾਹੀਦਾ। ਜਦੋਂ ਮੈਂ ਨਵਾਂ ਜਾਪਾਨ ਆਇਆ ਸਾਂ ਅਤੇ ਮੈਂ ਨਾ ਕੋਈ ਮਹਿੰਗੀ ਚੀਜ਼ ਹੁੰਦੀ ਸੀ ਨਾ ਅਤੇ ਸੇਲ ਦਾ ਇੰਤਜ਼ਾਰ ਕਰਦਾ ਰਹਿਣਾ, ਕਦੋਂ ਸੇਲ ਲੱਗੇਗੀ ਅਤੇ ਕਦੋਂ ਮੈਂ ਇਹ ਚੀਜ਼ ਲਵਾਂਗਾ। ਅਤੇ ਮੈਂ ਨਾ ਦੂਸਰੇ ਲੋਕਾਂ ਨੂੰ ਉਹ ਚੀਜ਼ ਪਾਏ ਹੋਏ ਵੇਖਦਾ ਸਾਂ ਨਾ, ਅਤੇ ਮੇਰਾ ਬੜਾ ਦਿਲ ਕਰਦਾ ਸੀ। ਅੱਛਾ ਮੇਰੇ ਕੋਲ ਬਾਇੰਗ ਪਾਵਰ ਵੀ ਹੁੰਦੀ ਸੀ, ਮੈਂ ਲੈ ਵੀ ਸਕਦਾ ਸਾਂ, ਫਜ਼ੂਲ ਦੇ ਵਿੱਚ ਨਹੀਂ ਸਾਂ ਲੈਂਦਾ, ਲਾਲਚ ਕਹਿ ਲਓ। ਜਾਂ ਇੱਕ ਸਾਡੇ ਨਾ ਜਿੱਥੋਂ ਮੈਂ ਆਇਆ ਵਾਂ, ਜਿਹੜਾ ਸਾਡਾ ਮੁਆਸ਼ਰਾ, ਸਾਡਾ ਕਲਚਰ ਹੈ, ਸਾਨੂੰ ਇਹ ਚੀਜ਼ ਦੱਸੀ ਗਈ ਹੈ
कि भाई चीज़ ज़रा वेट कर लो, महंगी चीज़ ना लवो, अपनी जान ते पैसे ना लाओ। मतलब कि कोई फर्क नहीं पैंदा इन्हां चीज़ां दे नाल। हुण मैनूं जिहड़ी चीज़ पसंद होंदी मैं ऑन द स्पॉट अगर वो चीज़ खरीद सकना मैं वो लैना। फाइनली यह चीज़ जिहड़ी है यह डिसाइड की है। ਇਹਦੇ ਵਿੱਚ बैग भी ਜਿਹੜਾ अच्छे तरीके ਨਾਲ फिट आ गया सी ते इनू इंशाल्लाह लैने ये कोई समझ लो 300-400 ज़्यादा महंगा है तो कोई गल नहीं, इनू खरीदने तो चलने। तो उम्मीद करना तुहानूं ये ब्लॉग मेरा पसंद आया होएगा। छोटा जिहा कुछ चीज़ां मालूमात शेयर विच करना वा। तुसीं पूरा ब्लॉग वेखोगे तुहानूं काफ़ी चीज़ां कुछ ना कुछ सीखण नूं मिलणगियां और मेरी ज़िंदगी के बारे कुछ मज़ीद जानने नूं मिलेगा और तुहाडा टाइम अच्छा पास हो गया होएगा उम्मीद करना। तो बाकी अगले व्लॉग दे विच इंशाल्लाह इनू बाइक दे उत्ते सैट करांगे तो काम करांगे, फिर निकलांगे, फिर तुहानूं दसांगा कि कैसा लगा बाइक दे उत्ते सैट करके। फिलहाल तुहानूं छोटा जिहा डैमो जरूर देंगे, उत्थे रख के तुहानूं वहावांगा कि बाइक दे उत्ते किस तरह लगेगा। ओके बाहर चलने हुण। इत्थे ना इत्थे पेमेंट करनी है दोस्तों। अंदर तो काफ़ी मज़ेदार माहौल है, अंदर AC वगैरह लगे है, बाहर बहुत सख्त गर्मी है। ओ हो बड़ी तेज़ धुप्प है। अच्छा नवीं गड्डियां दे मॉडल वेखने होण ना तो जिथे शॉपिंग सेंटर वगैरह होंदे ना उत्थे मैं कदी कदी एवें ही आ जाना पार्किंग जो मौसम अच्छा होंदा ना। ए वेखो है जिवें निसान दी सरीना नवा मॉडल लगा होया है, उपरां एक नोवा बहुत मैनूं खूबसूरत लगदियां गड्डियां वेखना ना। गड्डियां मैनूं बहुत प्यारियां लगदियां ने नवे नवे डिज़ाइन दियां वेखना तो मैं जी टाइम पास कर लैंदा ਜਦੋਂ ਵਿਹਲਾ होवां। फिलहाल मैं तुहानूं दिखाना डैमो देना कि मैनूं चलाना किस तरह ना। इस तरह रखांगा ना, ये इस तरह भी रखी जा सकती है लेकिन मैं इस तरह रखना है ना इत्थे। दोस्तों फाइनली मैं इस नतीजे ते पहुंचा कि बजाए कि इनू रस्सियां नाल बन्नण दे ना इनू मैं इत्थे पक्का फिक्स कर देंगा। तो एडी वड्डी तो है ही नहीं, ये बड़ी खूबसूरत है, पक्की पक्की बाइक दे विच लग जाएगी, काफ़ी ये समान आ जाएगा ना। पहला मैं ना रस्सी बन्नण दे जुगाड़ दसां कि रस्सी इत्थों लपेट लपाट के ना इनू फिक्स कर देंगा। लेकिन एक ये तो बड़ा सीधा सीधा काम है। यह थल्ले वेख रहे हो यह एलूमीनीयम है बड़ा भारा, ये नट एक थोड़े नट मेरे घर पे ने मैं खरीदे सन पहले भी ना। इहदे विच करांगा सुराख करके ये अंदर भी एक प्लास्टिक की कोई चीज़ रखांगा कि जी इनू इस नरम प्लास्टिक है टुट जाना तो जोड़ा कि वाशल का काम नहीं करेगा। तो इनू इत्थे रख के इत्थों दी नट थल्ले करके तो इनू पक्का पक्का बंद कर देंगा, यह इत्थे फिक्स हो जाएगी। तो यह साइज़ है, कोई एडा वड्डा साइज़ भी नहीं है। बहरहाल गर्मी बहुत हो गई है, व्लॉग इत्थे ख़त्म करने। उम्मीद करना तुसी अपनी ज़िंदगी दे विच खुश होवोगे। दुआ करना तुहाडे वास्ते कि तुसी ज़िंदगी दे विच जिहड़ियां अच्छी तुहाड़ियां ख्वाहिशात ने वो पूरीआं होण, तुहाड़ियां नेक तमन्नावां और जिहड़े तुसी ज़िंदगी दे मकसद दे विच कामयाब होना चाहते हो अल्लाह तुहानूं कामयाब करे। दुआवां च याद रखना। अस्सलाम वालेकुम।